ਪਰ ਆਓ ਸਵਾਗਤ ਕਰੀਏ ਡਾਕਟਰ ਅਸ਼ਵਨੀ ਚੌਧਰੀ ਹੋਰਾਂ ਦਾ, ਜਿਨ੍ਹਾਂ ਦੀ ਅਸੀਂ ਬੜੇ ਚਿਰਾਂ ਤੋਂ ਉਡੀਕ ਕਰ ਰਹੇ ਸੀ। ਪਹਿਲਾਂ ਤਾਂ ਤੁਹਾਡਾ ਬਹੁਤ-ਬਹੁਤ ਸਵਾਗਤ ਸਟੂਡੀਓ ਦੇ ਵਿੱਚ ਜੀ। ਸਰ ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਜੀ। ਮੈਨੂੰ ਵੀ ਬਹੁਤ ਖੁਸ਼ੀ ਹੈ ਤੁਹਾਡੇ ਸਟੂਡੀਓ 'ਚ ਆ ਕੇ। ਆਈ ਐਮ ਸੋ ਹੈਪੀ ਟੂ ਸੀ ਜੀ। ਮਿਹਰਬਾਨੀ। ਔਰ ਮੀਨਾਕਸ਼ੀ ਹੋਰੀ ਮੇਰੇ ਨਾਲ ਨੇ ਜੀ। ਇਸ ਤੋਂ ਪਹਿਲਾਂ ਕਿ ਸਾਰੀ ਗੱਲਬਾਤ ਡਾਕਟਰ ਸਾਹਿਬ ਦੱਸਣ, ਮੈਂ ਦੱਸ ਦਵਾਂ ਕਿ ਇਹ ਉੱਥੋਂ ਦੇ ਮੈਡੀਕਲ ਸੁਪਰਡੈਂਟ ਨੇ ਹਸਪੀਟਲ ਦੇ, ਔਰ ਨਿਊਰੋ ਸਰਜਰੀ ਦੇ ਇਹ ਹੈੱਡ ਨੇ ਉੱਥੋਂ ਦੇ। और भी बहुत कुछ है जो गल करांगे ते त्यों त्यों सारी जानकारी ਅਸੀਂ ਇਹਨਾਂ ਕੋਲ ਲੈਂਦੇ ਰਵਾਂਗੇ ਜੀ। ਔਰ ਅਸੀਂ ਡਾਕਟਰ ਸਾਹਿਬ ਅੱਜ ਤੁਹਾਡੇ ਨਾਲ ਜਿਹੜੀ ਗੱਲਬਾਤ ਕਰਨ ਜਾ ਰਹੇ ਹਾਂ, ਪਹਿਲੇ ਤੇ ਤੁਸੀਂ ਕਿਉਂਕਿ ਬੈਕ ਦੇ ਔਰ ਹੈਡ ਦੇ ਸਪੈਸ਼ਲਿਸਟ ਹੋ ਜੀ, ਤੇ ਆਮ ਤੌਰ ਤੇ ਅਸੀਂ ਅਕਸਰ ਜਿਸ ਨਾਲ ਸੁਣਦੇ ਸੀਗੇ ਪਹਿਲੇ, ਕਿਤੇ ਕੋਈ ਵੱਡੇ ਕਹਿੰਦੇ ਸੀਗੇ, ਕੋਈ ਬਜ਼ੁਰਗ ਕਹਿੰਦੇ ਹੁੰਦੇ ਸੀਗੇ ਕਿ ਲੱਕ 'ਚ ਕੋਈ ਦਰਦ ਹੈ ਜਾਂ ਤਕਲੀਫ ਹੈ, ਪਰ ਹੁਣ ਅੱਜ ਕੱਲ ਅਸੀਂ ਦੇਖਣ ਜਾ ਰਹੇ ਹਾਂ ਕਿ ਹੌਲੀ ਹੌਲੀ ਜਿਹੜੇ ਛੋਟੇ ਬੱਚੇ ਵੀ ਕਈ ਵਾਰੀ ਅਕਸਰ ਕਹਿ ਦਿੰਦੇ ਨੇ ਕਿ ਮੇਰੀ ਬੈਕ ਮੇਂ ਪੇਨ ਹੋ ਰਹੀ ਹੈ ਜਾਂ ਮੇਰੀ ਬੈਕ 'ਚ ਦਰਦ ਹੋ ਰਹੀ ਹੈ। ਤੇ ਤੁਸੀਂ ਇਸ ਬਾਰੇ ਥੋੜੀ ਜਿੰਨੀ ਜਿਹੜੀ ਇਹ ਪਿੱਠ 'ਚ ਦਰਦ ਵਾਲਾ ਮੁੱਦਾ ਹੈ, ਹਰੇਕ ਏਜ ਦੇ ਵਿੱਚ ਇਸੇ ਅਲੱਗ-ਅਲੱਗ ਕਾਰਨ ਹੋ ਸਕਦੇ ਨੇ, ਲੇਕਿਨ ਜਿਹੜਾ ਕਿ ਅਸੀਂ ਅੱਜ ਦੀ ਆਪਣੀ ਰੂਟੀਨ ਲਾਈਫ ਵਿੱਚ ਦੇਖਦੇ ਹਾਂ, ਸਭ ਤੋਂ ਬੜਾ ਕਾਰਨ ਜਿਹੜਾ ਹੈਗਾ ਉਹ ਪਿੱਠ ਦੇ ਵਿੱਚ ਦਰਦ ਹੁੰਦਾ। ਲੋਅਰ ਬੈਕ ਜਿਹਨੂੰ ਅਸੀਂ ਕਹਿੰਦੇ ਹੈਗੇ ਆ, ਜਾਂ ਲੋਅਰ ਬੈਕ ਦੇ ਨਾਲ ਹੋਣ ਦੇ ਨਾਲ ਲੱਤ ਦੇ ਵਿੱਚ ਦਰਦ ਜਾਂਦੀ ਹੈ, ਇੱਕ ਲੱਤ ਵਿੱਚ ਜਾਂਦੀ ਹੈ, ਦੋਨਾਂ ਲੱਤਾਂ ਜਾਂਦੀ ਹੈ, ਜਾਂ ਕਈ ਵਾਰ ਪੇਸ਼ੈਂਟ ਨੂੰ ਚੱਲਣ ਦੇ ਵਿੱਚ ਤਕਲੀਫ ਹੁੰਦੀ ਹੈ। ਸਭ ਤੋਂ ਬੜਾ ਕਾਰਨ ਹੁੰਦਾ ਡਿਸਕ ਪ੍ਰੋਲੈਪਸ। ਹੋਰ ਕਾਰਨ ਏਜ ਰਿਲੇਟਡ ਹੋ ਸਕਦੇ ਨੇ, ਜਿਸ ਤਰ੍ਹਾਂ ਏਜ ਵੱਧਦੀ ਹੈ ਉਸ ਨੂੰ ਅਸੀਂ ਕਹਿੰਦੇ ਹਾਂ ਡੀਜਨਰੇਟਿਵ ਸਪਾਈਨ, ਜਾਣੀ ਕਿ ਉਮਰ ਦੇ ਨਾਲ ਵਧਣ ਦੇ ਨਾਲ ਸਪਾਈਨ ਦੇ ਵਿੱਚ ਪ੍ਰੋਬਲਮਸ ਆਉਣੀਆਂ। ਜਦੋਂ ਅਸੀਂ ਸਪਾਈਨ ਕਰਨੇ ਆ, ਸਪਾਈਨ ਦੇ ਦੋ ਕੰਪੋਨੈਂਟ ਮੈਂ ਬੜੀ ਸਿੰਪਲ ਭਾਸ਼ਾ ਵਿੱਚ ਦੱਸਣਾ ਚਾਹੂੰਗਾ ਜੀ। ਬਿਲਕੁਲ। ਇੱਕ ਤਾਂ ਸਪਾਈਨ ਦੀ ਹੱਡੀ ਹੋ ਗਈ, ਜਿਹਨੂੰ ਆਪਾਂ ਕਹਿੰਦੇ ਸਪਾਈਨਲ ਕਾਲਮ ਜੀ। ਇਹਦੇ ਵਿੱਚ ਇੰਪੋਰਟੈਂਟ ਚੀਜ਼ ਹੁੰਦੀ ਹੈ ਸਪਾਈਨਲ ਕਾਰਡ, ਜਾਣੀ ਕਿ ਨਰਵਸ, ਨਾੜਾਂ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਜੀ। ਜਦੋਂ ਸਾਡੀਆਂ ਨਾੜਾਂ ਜਾਂ ਸਪਾਈਨਲ ਕਾਰਡ ਦੇ ਉੱਤੇ ਪ੍ਰੈਸ਼ਰ ਆ ਜਾਂਦਾ ਹੈ ਕਿਸੇ ਵੀ ਕਾਰਨ ਕਰਕੇ, ਚਾਹੇ ਉਹ ਡਿਸਕ ਹੈ, ਚਾਹੇ ਉੱਥੇ ਕੋਈ ਲਿਗਾਮੈਂਟ ਜਾਂ ਬੋਨ ਦੀ ਗਰੋਥ ਹੋ ਗਈ, ਜਾਂ ਕੋਈ ਟਿਊਮਰ ਆ ਗਿਆ, ਜਾਂ ਸਭ ਤੋਂ ਇੰਪੋਰਟੈਂਟ ਸਪੈਸ਼ਲੀ ਇਨ ਫੀਮੇਲਸ 50 ਸਾਲ ਦੀ ਉਮਰ ਤੋਂ ਬਾਅਦ ਡਿਊ ਟੂ ਚੇਂਜਸ ਇਨ ਦਾ ਹਾਰਮੋਨਸ ਆਸਟੀਓਪੋਰੋਸਿਸ ਸੈਟ ਇਨ ਕਰ ਜਾਂਦਾ ਹੈਗਾ। ਆਸਟੀਓਪੋਰੋਸਿਸ ਹੋਣ ਦੇ ਨਾਲ ਫਿਰ ਈਵਨ ਡਿਊ ਟੂ ਮਾਈਨਰ ਫਾਲ, ਬੰਦਾ ਥੋੜਾ ਜਿਹਾ ਝਟਕਾ ਲੱਗਦਾ ਗਿਰਦਾ ਹੈਗਾ, ਤਾਂ ਉਹਨਾਂ ਦਾ ਜਿਹੜੇ ਮਣਕੇ ਹੈਗੇ ਨੇ ਵਰਟੀਬਰਾ, ਉਹ ਫ੍ਰੈਕਚਰ ਹੋ ਜਾਂਦੇ ਨੇ, ਫਿਰ ਉਹ ਸਾਡੀ ਨਾੜਾਂ ਦੇ ਉੱਤੇ ਪ੍ਰੈਸ਼ਰ ਪਾਉਂਦੇ ਨੇ। ਇੱਕ ਹੋਰ ਬੜੀ ਇੰਟਰਸਟਿੰਗ ਚੀਜ਼ ਦੇਖਣ 'ਚ ਆਉਂਦੀ ਹੈ ਕਿ ਅਸੀਂ ਕਹਿੰਦੇ ਕਿ ਜਿਮ ਜਾਓ, ਤੁਸੀਂ ਜਿਮਿੰਗ ਕਰੋ। ਮੈਂ ਐਸੇ ਕਈ ਪੇਸ਼ੈਂਟ ਦੇਖ ਚੁੱਕਾ ਹਾਂ ਜਾਂ ਆਪਰੇਟ ਕਰ ਚੁੱਕਾ ਹਾਂ, ਯੰਗ ਬੰਦੇ 18 ਸਾਲ ਦਾ, 20 ਸਾਲ ਦਾ, 22 ਸਾਲ ਦਾ, ਜਿਹੜੇ ਕਿ ਜਿਮ ਕਰਦੇ ਨੇ, ਸਡਨਲੀ ਉਹਨਾਂ ਨੇ ਇੱਕ ਖਾਸ ਐਂਗਲ ਤੇ ਆ ਕੇ ਇੱਕ ਬੜਾ ਭਾਰ ਚੱਕ ਲਿਆ ਐਂਡ ਦੇ ਆਰ ਡਾਊਨ। ਜੀ ਜੀ ਜੀ। ਯੂ نو ਦੇ ਹੈਵ ਦਾ ਰਿਸਕ। ਜੀ ਜੀ। ਮੈਂ ਇਹ ਸਮਝਦਾ ਜੀ ਕਿ ਐਂਡ ਇਟ ਇਜ਼ ਡਾਕੂਮੈਂਟਡ ਆਲਸੋ ਕਿ ਆਉਣ ਵਾਲੇ ਟਾਈਮ ਦੇ ਵਿੱਚ ਕਰੋੜਸ ਦੇ ਕਰੀਬ ਬੰਦੇ ਜਿਹੜੇ ਨੇ, ਉਹਨਾਂ ਨੂੰ ਇਹ ਬੈਕਿਕ ਵਾਲਾ ਕੰਮ ਹੋ ਰਿਹਾ ਔਰ ਹੋਏਗਾ। ਆਪਣੇ ਅਸੀਂ ਅਗਰ ਇਰਦ ਗਿਰਦ ਦੇਖੀਏ, ਅਗਰ ਅਸੀਂ 10 ਬੰਦਿਆਂ ਨੂੰ ਮਿਲੀਏ, 10 ਬੰਦਿਆਂ ਦੇ ਵਿੱਚੋਂ 5 ਜਾਂ 6 ਬੰਦੇ, ਈਵਨ 7 ਬੰਦੇ ਐਸੇ ਹੋਣਗੇ ਕਿ ਜਿਨ੍ਹਾਂ ਨੇ ਆਪਣੀ ਲਾਈਫ ਟਾਈਮ ਵਿੱਚ ਕਦੀ ਨਾ ਕਦੀ ਪਿੱਠ 'ਚ ਦਰਦ ਜਾਂ ਲੱਤ 'ਚ ਦਰਦ ਇਸ ਨੂੰ ਐਕਸਪੀਰੀਅੰਸ ਕੀਤਾ ਹੋਵੇਗਾ। ਜੀ। ਦੈਨ ਇਟ ਡਿਪੈਂਡਸ ਕਿ ਉਹ ਕਿਤਨਾ ਕੁ ਦਰਦ ਹੈਗਾ ਜਾਂ ਕਿਤਨਾ ਉਹਨਾਂ ਨੂੰ ਚੱਲਣ 'ਚ ਦਿੱਕਤ ਹੈਗੀ ਹੈ। ਹਾਂ, ਮੈਂ ਇੱਥੇ ਇੱਕ ਚੀਜ਼ ਦੱਸਣੀ ਜ਼ਰੂਰ ਚਾਹੂੰਗਾ, ਕਿਉਂਕਿ ਮੈਂ ਇੱਕ ਬੜੀ ਸਿੰਪਲ ਡਿਸਕ ਦੇ ਬਾਰੇ ਗੱਲ ਕਰ ਰਿਹਾ ਕਿ ਕਈ ਵਾਰੀ ਅਗਰ ਇਹ ਪ੍ਰੈਸ਼ਰ ਬਹੁਤ ਜ਼ਿਆਦਾ ਹੋ ਜਾਵੇ ਨਾੜਾਂ ਦੇ ਉੱਤੇ, ਜਾਂ ਕੋਈ ਟਿਊਮਰ ਹੋਵੇ ਜਾਂ ਡਿਸਕ ਕਰਕੇ ਹੋਵੇ, ਕਈ ਵਾਰੀ ਕੱਲੀ ਦਰਦ ਤੋਂ ਜਾਂ ਚੱਲਣ ਤੋਂ ਇਲਾਵਾ ਵੀ ਇਹ ਬਹੁਤ ਜ਼ਿਆਦਾ ਬੜੀ ਪ੍ਰੋਬਲਮਸ ਕ੍ਰੀਏਟ ਕਰ ਦਿੰਦਾ ਹੈ। ਜਿਸ ਤਰ੍ਹਾਂ ਕਿ ਬੰਦੇ ਦਾ ਪੈਰ ਦਾ ਅੰਗੂਠਾ, ਜਾਂ ਜਿਹੜਾ ਸਾਡਾ ਪੈਰ ਹੈਗਾ, ਇੱਕ ਪਾਸੇ ਦਾ ਪੈਰ, ਉਹਨੂੰ ਉੱਪਰ ਚੱਕਣ ਦੇ ਵਿੱਚ ਸਾਨੂੰ ਡਿਫੀਕਲਟੀ ਹੁੰਦੀ ਹੈ। ਜਾਂ ਮਰੀਜ਼ ਆ ਕੇ ਦੱਸਦਾ ਕਿ ਡਾਕਟਰ ਸਾਹਿਬ, ਮੈਂ ਜਦੋਂ ਮੈਂ ਚੱਲਦਾ ਹੈਗਾ ਮੇਰਾ ਪੈਰ ਘਸੀਟ ਹੋ ਕੇ ਚੱਲਦਾ ਹੈ, ਜਾਂ ਮੇਰੇ ਤੋਂ ਪੈਰ ਉੱਪਰ ਨੂੰ ਨਹੀਂ ਚੱਕਿਆ ਜਾਂਦਾ, ਜਾਂ ਜਦੋਂ ਮੈਂ ਘਰ 'ਚ ਚੱਲਦਾ ਮੇਰੀ ਜੁੱਤੀ ਜਿਹੜੀ ਹੈ ਉਸ ਪੈਰ 'ਚੋਂ ਸਲਿਪ ਹੋ ਜਾਂਦੀ ਹੈ। ਅਸੀਂ ਇਹਨੂੰ ਕਹਿੰਦੇ ਹਾਂ ਫੁੱਟ ਡ੍ਰੌਪ। ਓਕੇ। ਫੁੱਟ ਡ੍ਰੌਪ, ਪੈਰ ਦਾ ਨੀਚੇ ਗਿਰਨਾ, ਇੱਕ ਸੀਰੀਅਸ ਕੰਡੀਸ਼ਨ ਹੈ। ਅਗਰ ਇਸ ਨੂੰ ਆਪਾਂ ਬਹੁਤ ਇੱਕ ਟਾਈਮ ਸਿਰ ਨਾ ਟਰੀਟ ਕਰੀਏ ਤਾਂ ਉਹਦੇ ਵਿੱਚ ਬਹੁਤ ਬੜਾ ਨੁਕਸਾਨ ਹੋ ਸਕਦਾ ਹੈ। ਕਈ ਵਾਰੀ ਉਹ ਪੂਰੀ ਜ਼ਿੰਦਗੀ ਵਾਸਤੇ ਹੀ ਫੁੱਟ ਡ੍ਰੌਪ ਰਹਿ ਜਾਂਦਾ ਜੀ, ਉਹ ਠੀਕ ਨਹੀਂ ਹੁੰਦਾ ਹੈਗਾ ਜੀ। ਸੋ ਅੱਛਾ, ਇਸ ਨਾਲ ਕੁਝ ਹੋਰ ਵੀ ਦਿੱਕਤਾਂ ਆ ਜਾਂਦੀਆਂ ਹੈਗੀਆਂ, ਜਿਸ ਤਰ੍ਹਾਂ ਪਿਸ਼ਾਬ ਰੁਕ ਜਾਂਦਾ ਹੈਗਾ, ਬੰਦੇ ਨੂੰ ਕਬਜ਼ ਹੋ ਜਾਂਦੀ ਹੈਗੀ ਹੈ, ਕਿਉਂਕਿ ਇਹ ਸਾਰੀਆਂ ਨਾੜਾਂ ਸਾਡੇ ਯੂਰੀਨਰੀ ਬਲੈਡਰ ਜਾਂ
ਸਾਡੇ ਡੈਫੀਕੇਸ਼ਨ ਦੇ ਸਿਸਟਮ ਨੂੰ ਇਹ ਸਪਲਾਈ ਕਰਦੀਆਂ ਜੀ। ਹੈਗੀਆਂ। ਤੋਂ ਇਸ ਕਰਕੇ ਮੇਰੀ ਸਲਾਹ ਇਹ ਹੈਗੀ ਹੈ ਕਿ ਅਗਰ ਇਸ ਤਰ੍ਹਾਂ ਪਿੱਠ ਦੇ ਵਿੱਚ ਦਰਦ ਹੋਵੇ, ਸਡਨਲੀ ਦਰਦ ਹੋਵੇ, ਕੋਈ ਜਰਕ ਲੱਗ ਜਾਵੇ, तो we should consult a specialist। ਔਰ ਇਹ ਅਸੀਂ ਬਹੁਤ ਵਾਰੀ ਦੇਖਦੇ ਹਾਂ ਸਾਡੇ ਕਲਚਰ 'ਚ, ਖਾਸ ਕਰਕੇ ਜਿਸ ਤਰ੍ਹਾਂ ਕਿਸੇ ਨੂੰ ਕੋਈ ਬੈਕ ਦੀ ਕੋਈ ਇਸ਼ੂ ਹੁੰਦਾ ਹੈ ਤੇ ਆਮ ਤੌਰ ਤੇ ਲੋਕੀ ਕੀ ਕਰਦੇ, ਮਸਾਜ ਕਰਾਉਣ ਵਾਲੇ ਕੋਲ ਤੁਰ ਪੈਂਦੇ ਨੇ, ਮਲਾਉਣ ਵਾਲੇ ਪਾਸੇ ਤੁਰ ਪੈਂਦੇ ਨੇ। ਉਹ ਕਿੰਨਾ ਕੁ ਜ਼ਿਆਦਾ ਨੁਕਸਾਨ ਕਰ ਸਕਦਾ ਜੇ ਕਿਸੇ ਫਿਜ਼ੀਓਥੈਰੇਪਿਸਟ ਦੇ ਬਜਾਏ ਕਿਸੇ ਮਲਾਉਣ ਵਾਲੇ ਕੋਲ ਲੋਕੀ ਪਹੁੰਚ ਜਾਂਦੇ। ਦੇਖੋ ਉਹ ਬਹੁਤ ਜ਼ਿਆਦਾ ਨੁਕਸਾਨ ਕਰ ਸਕਦਾ। ਦੇਖੋ ਫਿਜ਼ੀਓਥੈਰੇਪਿਸਟ ਇਜ਼ ਟੈਕਨੀਕਲੀ ਟ੍ਰੇਨਡ ਪਰਸਨ ਜੀ, ਹੂ ਨੋਜ਼। ਉਹਨਾਂ ਨੂੰ ਪਤਾ ਹੈ ਕਿ ਅਸੀਂ ਕਿਤਨੀ ਫਿਜ਼ੀਓਥੈਰੇਪੀ ਦੇਣੀ ਹੈ ਔਰ ਇਸ ਦੇ ਵਿੱਚ ਕੀ ਕੋਈ ਪੇਸ਼ੈਂਟ ਦੇ ਵਿੱਚ ਕੋਈ ਸਾਈਨ ਐਂਡ ਸਿੰਪਟਮ ਆ ਚੁੱਕੇ ਨੇ, ਤਾਂ ਕਿ ਮੈਂ ਉਹਨਾਂ ਨੂੰ ਐਡਵਾਈਸ ਕਰਾਂ ਕਿ ਯੂ ਸ਼ੁੱਡ ਗੋ ਫਾਰ ਏ ਸਪੈਸ਼ਲਾਈਜ਼ਡ ਕੰਸਲਟੇਸ਼ਨ। ਲੇਕਿਨ ਮੈਂ ਜਿਹੜੀ ਇੱਕ ਆਮ ਬੰਦੇ ਦੇ ਕੋਲੋਂ ਮਸਾਜ ਵਗੈਰਾ ਕਰਾਉਣ ਦੇ ਮੈਂ ਉਹ ਐਡਵਾਈਸ ਨਹੀਂ ਕਰੂੰਗਾ। ਉਹਦਾ ਕਾਰਨ, ਅਗਰ ਕਿਸੇ ਬੰਦੇ ਦੇ ਡਿਸਕ ਨਿਕਲ ਚੁੱਕੀ ਹੈ ਔਰ ਡਿਸਕ ਜਿਹੜੀ ਆਲਰੇਡੀ ਪ੍ਰੈਸ਼ਰ ਪਾ ਰਹੀ ਹੈ ਨਾੜ ਦੇ ਉੱਤੇ, ਅਗਰ ਉਸ ਨੂੰ ਅਸੀਂ ਕੋਈ ਐਸੀ ਮੂਵਮੈਂਟ ਕਰ ਦਈਏ ਬੋਡੀ ਦੇ ਵਿੱਚ ਜਿੰਨਾ ਉਹ ਡਿਸਕ ਫਰਦਰ ਜਿਹੜੀ ਆ ਉਹ ਡਿਟੀਰੀਓਰੇਟ ਹੋ ਜਾਏ ਜੀ, ਤਾਂ ਉਹ ਮੁਸ਼ਕਿਲ ਹੋ ਜਾਂਦਾ ਜੀ। ਲੋ ਮੇਰੇ ਨਾਲ ਕੇਵਲ ਗਿੱਲ ਹੋਰੀ ਲਾਈਨ ਦੇ ਉੱਤੇ ਨੇ। ਕੇਵਲ ਜੀ ਤੁਹਾਡਾ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ। ਥੈਂਕ ਯੂ ਸੋ ਮਚ ਡਾਕਟਰ ਸਾਹਿਬ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਮੇਰਾ ਨਾ ਨਾਲੇ ਦੇ ਵਿੱਚ ਮੇਜਰ ਕਾਰ ਐਕਸੀਡੈਂਟ ਹੋਇਆ ਸੀ ਇੱਥੇ ਟੋਰਾਂਟੋ 'ਚ ਜੀ, ਤੇ ਮੈਂ 28 ਸਾਲ ਫਲੋਰ ਤੇ ਸੁੱਤੀ ਆ। ਤੁਰਨ ਫਿਰਨ ਦੇ ਮੈਨੂੰ ਬਹੁਤ ਜ਼ਿਆਦਾ ਪ੍ਰੋਬਲਮ ਸੀ ਜੀ, ਤੇ ਮੈਂ ਕਿ ਡਿਸਕ ਦੀ ਪ੍ਰੋਬਲਮ ਹੋ ਗਈ ਸੀ। ਸਪੈਸ਼ਲਿਸਟਾਂ ਨੂੰ ਮਿਲਣ ਦੇ ਬਾਵਜੂਦ ਉਹਨਾਂ ਨੇ ਕਿਹਾ ਸੀ, ਉਹਨਾਂ ਨੇ ਰਿਕਮੈਂਡ ਕੀਤਾ ਕਿ ਆਪਰੇਸ਼ਨ ਕਰਾ ਲਓ। ਤੇ ਫਿਰ ਕੁਝ ਲੋਕ ਸਨ ਜਿਨ੍ਹਾਂ ਨੇ ਕਿਹਾ ਸੀ ਆਪਰੇਸ਼ਨ ਨਾ ਕਰਾਈ, ਕੇਵਲ ਵੈਸੇ ਡਾਕਟਰਾਂ ਨੇ ਕਿਹਾ ਸੀ ਤੁਸੀਂ ਰਿਸਕ ਹੈ, ਜੇ ਆਪਰੇਸ਼ਨ ਕਰਾ ਲਓ ਹੋ ਸਕਦਾ ਪਰਮਾਨੈਂਟ ਠੀਕ ਹੋ ਜਾਓ, ਹੋ ਸਕਦਾ ਪਰਮਾਨੈਂਟ ਵੀਲ ਚੇਅਰ ਤੇ ਹੋ ਜਾਓ ਜੀ। ਹਾਂਜੀ, ਤੇ ਫਿਰ ਮੈਂ ਡਰਦਿਆਂ ਘਰਦਿਆਂ ਨਾਲ ਸਲਾਹ ਕਰਕੇ ਸਾਰਿਆਂ ਨੇ ਕਿਹਾ ਕਿ ਤੂੰ ਆਪਰੇਸ਼ਨ ਨਾ ਕਰਾ ਜੀ। ਹਾਂਜੀ, ਹੁਣ ਮੇਰੀ 2 ਸਾਲਾਂ ਤੋਂ ਮੈਂ ਇੰਡੀਆ ਗਈ ਸਾਂ, 4-5 ਸਾਲ ਹੋ ਗਏ ਨੇ, ਤੇ ਉੱਥੇ ਮੇਰੇ ਨਾ ਪੈਰ ਕਾਲੇ ਹੋ ਗਏ ਸਨ ਜੀ। ਤੇ ਉੱਥੇ ਮੈਂ ਜਲੰਧਰ ਬੜਾ ਵੱਡਾ ਹਸਪੀਟਲ ਹੈ, ਫਿਰ ਮੈਨੂੰ ਦਿਮਾਗ 'ਚ ਨਹੀਂ ਆ ਰਿਹਾ ਹਸਪੀਟਲ ਦਾ ਨਾਂ, ਕੋਈ ਨਹੀਂ। ਉੱਥੇ ਉਹਨਾਂ ਨੇ ਮੇਰੀ ਉਹ ਸਟ੍ਰਿਪਿੰਗ ਕੀਤੀ ਸੀ। ਹਾਂਜੀ, ਤੇ ਹੁਣ ਡਾਕਟਰ ਸਾਹਿਬ ਮੇਰੀ ਹਾਲਤ ਇਹੋ ਜਿਹੀ ਹੋ ਗਈ ਹੈ ਕਿ ਮੈਂ ਤੁਰ ਨਹੀਂ ਸਕਦੀ, ਬਹੁਤਾ ਲੱਤਾਂ 'ਚ ਕਮਜ਼ੋਰੀ ਬਹੁਤ ਰਹਿੰਦੀ ਹੈ। ਤੁਹਾਡੀ ਏਜ ਕਿਤਨੀ ਹੈ ਜੀ? ਮੇਰੀ ਏਜ 73 ਡਾਕਟਰ ਸਾਹਿਬ। 73। ਹਾਂਜੀ, ਦੇਖੋ ਤੁਹਾਨੂੰ ਕੁਝ ਕੰਮ ਜ਼ਰੂਰ ਕਰਨੇ ਚਾਹੀਦੇ ਨੇ। ਇੱਕ ਤੋਂ ਆਪਣਾ ਕਿਸੇ ਵੀ ਸਪੈਸ਼ਲਿਸਟ ਨੂੰ ਮਿਲ ਕੇ ਸਪਾਈਨ ਦੇ ਐਕਸ-ਰੇ ਔਰ ਇੱਕ ਬੋਨ ਡੈਂਸਿਟੀ ਟੈਸਟ ਹੁੰਦਾ ਹੈ, ਸਪੈਸ਼ਲੀ ਇਸ ਏਜ ਦੇ ਵਿੱਚ, ਇਹ ਦੇਖਣ ਵਾਸਤੇ ਕਿ ਸਾਡੀ ਬੋਨਸ ਕਿਤਨੀਆਂ ਇਸ ਸਮੇਂ ਉਹਨਾਂ 'ਚ ਸਟਰੈਂਥ ਹੈ, ਓਸਟੀਓਪੋਰੋਸਿਸ ਨਹੀਂ ਹੈ। ਹਾਂਜੀ, ਔਰ ਨਾਲ ਤੁਹਾਡਾ ਫਿਰ MRI ਜਿਹੜਾ ਹੈਗਾ ਬੈਕ ਦਾ ਉਹ ਹੋਣਾ ਜ਼ਰੂਰੀ ਹੈ। ਇਹ ਚੀਜ਼ਾਂ ਦੇਖਣ ਤੋਂ ਬਾਅਦ 73 ਇਅਰਸ ਏਜ ਅੱਜ ਦੇ ਟਾਈਮ 'ਚ ਕੋਈ ਵੀ ਏਜ ਨਹੀਂ ਹੈ। ਮੇਰੀ ਤੁਹਾਨੂੰ ਇਹ ਐਡਵਾਈਸ ਹੋਏਗੀ ਕਿ ਆਫਟਰ ਗੈਟਿੰਗ ਥੀਸ ਇਨਵੈਸਟੀਗੇਸ਼ਨ, ਹਾਂਜੀ, ਅਗਰ ਉਸ 'ਚ ਕਿਸੇ ਵੀ ਤਰੀਕੇ ਦੀ ਆਪਰੇਸ਼ਨ ਦੀ ਜ਼ਰੂਰਤ ਹੈ ਉਹਨੂੰ ਕਰਵਾ ਲੈਣਾ ਚਾਹੀਦਾ ਹੈ, ਕਿਉਂਕਿ ਬਗੈਰ ਇਨਵੈਸਟੀਗੇਸ਼ਨ ਤੋਂ ਮੈਂ ਤੁਹਾਨੂੰ ਕੋਈ ਵੀ ਚੀਜ਼ ਐਜ਼ ਇਟ ਇਜ਼ ਨਹੀਂ ਐਡਵਾਈਸ ਕਰ ਸਕੂੰਗਾ। ਮੈਂ ਸਿਰਫ ਇੱਕੋ ਹੀ ਗੱਲ ਕਹਿਣੀ ਚਾਹੂੰਗਾ ਕਿ ਅੱਜ ਦੇ ਟਾਈਮ ਦੇ ਵਿੱਚ ਜਿਹੜੀ ਮੈਡੀਕਲ ਫੈਸਿਲਿਟੀਜ਼ ਹੈ, ਸਪੈਸ਼ਲੀ ਇਨ ਨਿਊਰੋ ਸਰਜਰੀ, ਇਹ ਬਹੁਤ ਜ਼ਿਆਦਾ ਐਡਵਾਂਸ ਹੋ ਚੁੱਕੇ ਨੇ ਔਰ ਐਸਾ ਕੁਝ ਨਹੀਂ ਹੁੰਦਾ ਜੀ। ਆਈ ਵਿਲ ਸੇ 99.9% ਕਿ ਕਿਸੇ ਵੀ ਤਰੀਕੇ ਦੀ ਕੋਈ ਡਿਟੋਰੇਸ਼ਨ ਆਫਟਰ ਸਰਜਰੀ ਆਵੇ, ਕਿਉਂਕਿ ਸਰਜਰੀ ਵਿੱਚ ਅਸੀਂ ਜੋ ਆਪਣੇ ਐਕਸਪੀਰੀਅੰਸ ਵਿੱਚ DMC ਵਿੱਚ ਦੇਖਿਆ, ਅਸੀਂ ਥਾਊਜ਼ੈਂਡਸ ਆਫ ਕੇਸਿਸ ਸਪਾਈਨ ਦੇ ਆਪਰੇਟ ਕਰ ਚੁੱਕੇ ਹਾਂ, ਸਾਨੂੰ ਕਦੀ ਵੀ ਐਸਾ ਕੋਈ ਦਿੱਕਤ ਨਹੀਂ ਆਉਂਦੀ ਹੈ ਜੀ। ਸੋ ਮੇਰੀ ਐਡਵਾਈਸ ਤੁਹਾਨੂੰ ਇਹ ਹੋਏਗੀ ਕਿ ਆਪਣਾ MRI ਵਗੈਰਾ ਕਰਵਾ ਕੇ ਉਹ ਤੁਸੀਂ ਮੇਰੇ ਨਾਲ ਡਿਸਕਸ ਕਰ ਲਿਓ, ਤਾਂ ਤੁਹਾਨੂੰ ਜੋ ਵੀ ਇੱਕ ਬੈਸਟ ਸਲਾਹ ਹੈਗੀ ਉਹ ਦਿੱਤੀ ਜਾਏਗੀ ਜੀ। ਠੀਕ ਹੈ ਕੇਵਲ ਜੀ, ਜਿਹੜੇ ਟੈਸਟ ਕਰਾਏ ਪਹਿਲਾਂ ਤਾਂ ਟੈਸਟ ਕਰਵਾਓ, ਇਹਨਾਂ ਨੂੰ ਫਿਰ ਟੈਸਟ ਦਿਖਾਓ ਇਹਨਾਂ ਨੂੰ, ਫਿਰ ਇਹ ਤੁਹਾਨੂੰ ਸੁਜੈਸਟ ਕਰਨਗੇ। ਔਰ ਮੈਂ ਵੀ ਇਹਨਾਂ ਨੂੰ ਪੁੱਛਿਆ ਸੀ ਇੱਕ ਵਾਰੀ, ਮੈਂ ਕਿਹਾ ਜੀ ਸਾਡੇ ਮਨ 'ਚ ਵੀ ਇੰਪ੍ਰੈਸ਼ਨ ਹੈ ਕਿ ਜਿਹੜੀ ਇਹ ਸਰਜਰੀ ਬੜੀ ਸੈਂਸਿਟਿਵ ਹੁੰਦੀ ਹੈ। ਇਹ ਕਹਿੰਦੇ ਹੁਣ ਇੰਨੀਆਂ ਵੱਡੀਆਂ ਲੈਂਸਸ ਦੂਰਬੀਨਾਂ ਆ ਗਈਆਂ ਕਿ ਇੱਕ ਛੋਟੇ ਤੋਂ ਛੋਟਾ ਵਾਲ ਵੀ ਰੱਸੀ ਦੇ ਵੀ ਕਿੰਨਾ ਮੋਟਾ ਨਜ਼ਰ ਆਉਂਦਾ ਸਾਨੂੰ। ਮਤਲਬ ਇਹਨਾਂ ਕੋਲ ਹੁਣ ਟੈਕਨੋਲੋਜੀ ਇੰਨੀ ਐਡਵਾਂਸ ਹੋ ਚੁੱਕੀ ਹੈ ਕਿ ਹੁਣ ਗਲਤੀ ਦੀ ਕੋਈ ਗੁੰਜਾਇਸ਼ ਹੀ ਨਹੀਂ ਹੈ। ਔਰ 99.9% ਮਤਲਬ 100% ਹੀ ਹੋ ਗਿਆ ਲਗਭਗ। ਤਾਂ ਤੁਸੀਂ ਡਰੋ ਨਾ, ਪਰ ਪਹਿਲਾਂ ਆਪਣੇ ਟੈਸਟ ਜ਼ਰੂਰ ਕਰਾਓ। ਥੈਂਕ ਯੂ ਸੋ ਮਚ। ਸਤਿ ਸ਼੍ਰੀ ਅਕਾਲ ਜੀ।
जी मेरा नाम कुलवंत सिंह है जी। अच्छा जी, बोलो कुलवंत जी। हाँ जी मैं जी सवाल करा कि डॉक्टर साहब भी मैनू बैक से बहुत प्रॉब्लम सी बहुत देर तो अच्छा जी। मैनू फिर मैं डॉक्टर मैं कनेडा ਵਿੱਚ मैं ऐसे बुलाया ਸੀ कि मैं ਵਿਖਾਉਣ ਗਿਆ ਸੀ ਫ੍ਰੀਲਮ ਹਸਪਤਾਲ ਤੇ ਉਹਨਾਂ ਨੇ ਮੈਨੂੰ ਦੱਸਿਆ ਸੀ ਵੀ ਤੁਸੀਂ ਆਪਰੇਸ਼ਨ ਨਹੀਂ ਕਰਾਉਣਾ ਤੇ ਤੁਸੀਂ ਨਾ ਤੁਹਾਨੂੰ ਪੁਰਾਣਾ ਰੋਗ ਹੈ ਤੇ ਇਸ ਕਰਕੇ ਤੁਸੀਂ ਕੋਈ ਜਿਵੇਂ ਪੇਨ ਹੋਵੇ ਤੁਸੀਂ ਗੋਲੀ ਖਾ ਲਓ। ਅੱਛਾ ਜੀ। ਪੇਨ ਦੀ ਉਹ ਮੈਂ ਪੇਨ ਦੀ ਗੱਲ ਕਰਦਾ ਪਰ ਲੇਕਿਨ ਗੱਲ ਇਹ ਹੋਈ ਮੈਨੂੰ ਵੱਧਦਾ ਹੁਣ ਮੇਰੇ ਲੱਤਾਂ ਮੇਰੇ ਚੱਲਣਾ ਬੰਦ ਹੋ ਗਈਆਂ ਨੇ। ਲੱਤਾਂ ਦੇ ਪੈਰਾਂ ਦੇ ਨਾ ਲੱਤ ਮੈਂ 2-4 ਕਿਲੋਮੀਟਰ ਤੁਰਨਾ ਤੇ ਮੈਂ ਲੱਤ ਮੇਰੇ ਸੌਂ ਗਏ ਮੈਂ ਡਿੱਗਣ ਨੂੰ ਫਿਰਦਾ ਵਾਂ। ਠੀਕ ਹੈ। ਦੇਖੋ ਕੁਲਵੰਤ ਸਿੰਘ ਜੀ, ਤੁਸੀਂ ਜੋ ਮੈਨੂੰ ਦੱਸਿਆ ਕਿ ਲੱਤਾਂ 'ਚ ਦਰਦ ਹੁੰਦੀ ਸੀ, ਫਿਰ ਹੌਲੀ-ਹੌਲੀ ਲੱਤਾਂ 'ਚ ਕਮਜ਼ੋਰੀ ਆ ਗਈ ਔਰ ਤੁਹਾਡਾ ਚੱਲਣਾ ਬੰਦ ਹੋ ਗਿਆ। ਸੋ ਮੇਰੀ ਤੁਹਾਨੂੰ ਸਲਾਹ ਇਹੀ ਹੈ ਜੀ, ਤੁਹਾਨੂੰ ਆਪਣੀ ਕਮਰ ਦੀ ਸਪਾਈਨ ਦੀ MRI ਟੈਸਟ ਕਰਾਉਣਾ ਚਾਹੀਦਾ ਹੈ ਔਰ ਅਗਰ ਉਸ ਦੇ ਉੱਤੇ ਨਾੜਾਂ ਦੇ ਉੱਤੇ ਕੋਈ ਪ੍ਰੈਸ਼ਰ ਆਉਂਦਾ ਹੈ, ਕਾਰਨ ਉਸ ਦਾ ਜੋ ਮਰਜ਼ੀ ਹੋਵੇ, ਚਾਹੇ ਡਿਸਕ ਹੋਵੇ, ਚਾਹੇ ਏਜ ਰਿਲੇਟਡ ਤਕਲੀਫ ਹੋਵੇ ਜਾਂ ਕੁਝ ਹੋਰ ਹੋਵੇ, ਤੁਹਾਨੂੰ ਫਿਰ ਹਾਂਜੀ ਟੈਸਟ ਦੇ ਆਧਾਰ ਦੇ ਉੱਤੇ ਅਗਰ ਤੁਹਾਨੂੰ ਪਹਿਲਾਂ ਵੀ ਉਹ ਸਰਜਰੀ ਐਡਵਾਈਸ ਕਰ ਚੁੱਕੇ ਨੇ, ਤੁਹਾਨੂੰ ਆਪਰੇਸ਼ਨ ਕਰਵਾ ਲੈਣਾ ਚਾਹੀਦਾ ਹੈ ਔਰ ਤੁਹਾਡੀ ਹਾਲਤ ਵਿੱਚ ਇੱਕ ਕਾਫੀ ਅੱਛਾ ਸੁਧਾਰ ਆਏਗਾ। ਕਿਉਂਕਿ ਅਸੀਂ ਆਮ ਤੌਰ ਤੇ ਇਹੀ ਦੇਖਦੇ ਹਾਂ DMC 'ਚ ਤੁਹਾਡੇ ਵਰਗੇ ਪ੍ਰੋਬਲਮਸ ਨਾਲ ਬਹੁਤ ਸਾਰੇ ਪੇਸ਼ੈਂਟ ਹੁੰਦੇ ਨੇ ਜਿਨ੍ਹਾਂ ਕੋਲੋਂ ਕਿ ਪਿਛਲੇ 2 ਸਾਲ ਤੋਂ 3 ਸਾਲ ਤੋਂ 4 ਸਾਲ ਤੋਂ 5 ਸਾਲ ਤੋਂ ਚੱਲਿਆ ਨਹੀਂ ਜਾਂਦਾ ਪ੍ਰੋਪਰ ਢੰਗ ਨਾਲ। ਆਪਰੇਸ਼ਨ ਤੋਂ ਬਾਅਦ ਉਹ ਕੁਝ ਸਮੇਂ ਦੇ ਵਿੱਚ ਹੀ 2-3 ਮਹੀਨੇ ਦੇ ਵਿੱਚ ਹੀ ਆਪਣੇ ਨਾਰਮਲ ਰੂਟੀਨ 'ਚ ਵਾਪਸ ਆ ਜਾਂਦੇ ਨੇ। ਸੋ ਮੇਰੀ ਤੁਹਾਨੂੰ ਸਲਾਹ ਇਹੀ ਹੈ ਜੀ ਕਿ ਅਗਰ ਤੁਹਾਨੂੰ ਪਹਿਲਾਂ ਸਰਜਰੀ ਐਡਵਾਈਸ ਕਰ ਚੁੱਕੇ ਨੇ, ਤੁਹਾਨੂੰ ਦੁਬਾਰਾ ਆਪਣਾ ਟੈਸਟ MRI ਕਰਵਾ ਕੇ ਉਹਦੇ ਹਿਸਾਬ ਨਾਲ ਫੋਲੋ ਕਰਨਾ ਚਾਹੀਦਾ ਹੈ। ਆਪਰੇਸ਼ਨ ਤੋਂ ਡਰੋ ਨਾ, ਕਿਉਂਕਿ ਮੈਂ ਵੀ ਇਹ ਚੀਜ਼ ਦੇਖੀ ਹੈ ਕਿ ਸਪਾਈਨ ਦੇ ਆਪਰੇਸ਼ਨ ਤੋਂ ਆਪਾਂ ਬਹੁਤ ਜ਼ਿਆਦਾ ਡਰਦੇ ਹਾਂ ਕਿ ਸਾਨੂੰ ਕਿਤੇ ਆਪਰੇਸ਼ਨ ਤੋਂ ਬਾਅਦ 2 ਮਹੀਨੇ ਵਾਸਤੇ 3 ਮਹੀਨੇ ਵਾਸਤੇ ਮੰਜੇ ਵਿੱਚ ਹੀ ਨਾ ਪੈਣਾ ਰਹਿ ਜਾਵੇ। ਐਸਾ ਨਹੀਂ ਹੈ ਜੀ, ਬਹੁਤ ਜ਼ਿਆਦਾ ਐਡਵਾਂਸਮੈਂਟ ਹੋ ਚੁੱਕੀ ਹੈ। ਸਾਡਾ ਸਪਾਈਨ ਦਾ ਆਪਰੇਸ਼ਨ, ਮੈਂ ਤਾਂ DMC ਦੀ ਗੱਲ ਕਰੂੰਗਾ ਜੀ, ਅਦਰਵਾਈਜ਼ ਆਲਸੋ ਵਰਲਡ ਦੇ ਵਿੱਚ ਜੋ ਅਸੀਂ ਦੇਖਦੇ ਹਾਂ, ਸਪਾਈਨ ਦੇ ਆਪਰੇਸ਼ਨ ਦਾ ਮਰੀਜ਼ ਅੱਜ ਕੱਲ ਸੇਮ ਡੇ ਸ਼ਾਮ ਨੂੰ ਉੱਠ ਕੇ ਚੱਲਦਾ ਹੈ। ਕੀ ਬਾਤ ਹੈ। ਅੱਛਾ ਜੀ, ਸੇਮ ਡੇ। ਵੈਰੀ ਗੁੱਡ, ਵੈਰੀ ਗੁੱਡ। ਹੈਲੋ ਸਤਿ ਸ਼੍ਰੀ ਅਕਾਲ ਜੀ, ਤੁਸੀਂ 에ਅਰ ਤੇ ਹੋ? ਸੈਣੀ ਸਾਹਿਬ ਮੈਂ ਪੁਰੀ ਬੋਲ ਰਿਹਾ ਜੀ ਜੀ ਪੁਰੀ ਸਾਹਿਬ, ਮੈਂ ਚਾਹਾਂਗਾ ਕਿ ਡਾਕਟਰ ਸਾਹਿਬ ਵੀ ਨਾਲ ਹੀ ਨੇ, ਆਪਣਾ ਲੰਬੀ ਸਟੋਰੀ ਨਹੀਂ, ਸ਼ਾਰਟ ਚ ਦੱਸੋ ਲੋਕਾਂ ਨੂੰ ਤੁਸੀਂ ਜਿਹੜੇ ਐਕਸਪੀਰੀਅੰਸ ਤੋਂ ਗੁਜ਼ਰੇ, ਤਾਂ ਕਿ ਤੁਸੀਂ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਜ਼ਾਰਾਂ ਲੋਕਾਂ ਲਈ ਤੁਹਾਡਾ ਕੈਨੇਡੀਅਨ ਟੈਰੀਟਰੀ ਐਂਡ ਆਲ ਦੈਟ ਤੁਸੀਂ ਪ੍ਰਮੋਟ ਕਰ ਰਹੇ ਹੋ, ਤੁਸੀਂ ਆਪਣਾ ਐਕਸਪੀਰੀਅੰਸ ਦੱਸ ਦਿਓ। ਮੈਂ ਡਾਕਟਰ ਸਾਹਿਬ 7 ਸਾਲ ਪਹਿਲਾਂ ਫਲੂ ਸ਼ਾਟ ਲਗਵਾਇਆ ਸੀਗਾ ਔਰ ਮੈਂ ਪੈਰਾਲਾਈਜ਼ਡ ਹੋ ਗਿਆ ਸੀਗਾ। ਡਾਇਗਨੋਸ ਮੈਨੂੰ ਉਹਨਾਂ ਨੇ ਗਿਲੀਅਨ ਬਾਰੀ GBS ਕੀਤਾ ਸੀਗਾ। ਪਰ GBS ਜਦੋਂ ਰੀਅਕਰਿੰਗ ਹੋ ਜਾਵੇ, ਮਤਲਬ ਮੈਨੂੰ ਜਦੋਂ ਮੈਂ ਉੱਠਦਾ ਸੀਗਾ, ਤੁਰਨ ਲੱਗਦਾ ਸੀਗਾ, ਫਿਰ ਮੈਂ ਡਿੱਗ ਜਾਂਦਾ, ਰੀਲੈਪਸ ਹੋ ਜਾਂਦਾ ਸੀਗਾ। ਦੈਨ ਅਲਟੀਮੇਟਲੀ ਮੈਨੂੰ ਉਹਨਾਂ ਨੇ ਡਾਇਗਨੋਸ ਕੀਤਾ CIDP, ਕ੍ਰੋਨਿਕ ਇਨਫਲੇਮੇਟਰੀ ਡੀਮਾਈਲੇਟਿੰਗ ਡਿਜ਼ੀਜ਼ ਐਂਡ ਆਲ ਦੈਟ। ਤੇ ਇੱਥੇ ਮਤਲਬ ਟ੍ਰੀਟਮੈਂਟ ਚੱਲਣ ਤੋਂ ਬਾਅਦ ਅਲਟੀਮੇਟਲੀ ਦੇ ਡਿਸਚਾਰਜ ਵੀ ਸੇਇੰਗ ਵੀ ਤੂੰ ਵੀਲ ਚੇਅਰ ਤੇ ਹੀ ਰਹੇਗਾ। ਪਰ ਪਰਮਾਤਮਾ ਦੀ ਮਿਹਰ, ਸਾਰਿਆਂ ਦੀ ਵਿਸ਼ੇਸ ਔਰ ਟ੍ਰੀਟਮੈਂਟ ਦੇ ਨਾਲ ਮੈਂ ਹੁਣ ਤੁਰਿਆ ਵੀ ਫਿਰਦਾ ਜੀ, ਤੁਹਾਡਾ ਗੱਲ ਵੀ ਕਰ ਰਿਹਾ ਤੇ ਤੁਹਾਨੂੰ ਵੈਲਕਮ ਵੀ ਕਰ ਰਿਹਾ। ਮੇਬੀ ਇਟ ਵਾਸ ਡੈਸਟਨੀ, ਤੁਸੀਂ ਆਣਾ ਸੀ ਇੱਥੇ ਤੇ ਮੈਂ ਤੁਹਾਨੂੰ ਵੈਲਕਮ ਕਰਨਾ ਸੀ ਰੇਡੀਓ ਦੇ ਉੱਤੇ। ਸੋ ਕਾਈਂਡ ਆਫ ਯੂ ਐਂਡ ਵਿਸ਼ ਯੂ ਬੈਸਟ ਆਫ ਦ ਹੈਲਥ। ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ। ਲਓ, ਇਹ ਸਾਡੀ ਗੱਲਬਾਤ ਹੋ ਰਹੀ ਹੈ ਡਾਕਟਰ ਅਸ਼ਵਨੀ ਚੌਧਰੀ ਸਾਹਿਬ ਦੇ ਨਾਲ, DMC ਦੇ ਇਹ ਮੈਡੀਕਲ ਸੁਪਰਡੈਂਟ ਨੇ, ਨਿਊਰੋ ਸਰਜਰੀ ਦੇ ਹੈੱਡ ਨੇ, ਉੱਥੋਂ ਦੇ ਸਟੂਡੀਓ 'ਚ ਆ ਕੇ ਸਾਡੇ ਨਾਲ ਗੱਲਬਾਤ ਕਰ ਰਹੇ। ਉਹ ਇਹਨਾਂ ਨੂੰ ਮਿਲਣਾ ਚਾਹੁੰਦੇ ਨੇ ਤੇ ਮੇਰੀ ਤੁਹਾਨੂੰ ਇੱਕ ਬੇਨਤੀ ਹੈ ਕਿ ਤੁਸੀਂ 905-673-0600 ਪ੍ਰਵਾਸੀ ਦੇ ਹੈੱਡ ਆਫਿਸ ਦਾ ਨੰਬਰ ਹੈ, ਤੁਸੀਂ ਉੱਥੇ ਕਾਲ ਕਰਕੇ ਆਪਣੀ ਅਪਾਇੰਟਮੈਂਟ ਬੁੱਕ ਕਰਵਾ ਲੈਣਾ। ਛੋਟੇ ਤੋਂ ਲੈ ਕੇ ਹਰ ਏਜ ਗਰੁੱਪ ਨੂੰ ਥੋੜੀ ਜਿਹੀ ਬਹੁਤ ਇਸ ਦੀ ਜਿਹੜੀ ਤਕਲੀਫ ਹੁੰਦੀ ਹੈ ਔਰ ਇਸੇ ਤਰ੍ਹਾਂ ਹੈਡੇਕ ਦੀ ਵੀ ਬਹੁਤ ਜ਼ਿਆਦਾ ਕੰਪਲੇਨ ਲੋਕੀ ਜਿਹੜੇ ਕਰਦੇ ਹੈਗੇ ਆ, ਬੱਚੇ ਵੀ ਖਾਸ ਕਰਕੇ, ਭਾਵੇਂ ਕਾਰਨ ਕੋਈ ਵੀ ਹੋਵੇ, ਭਾਵੇਂ ਬੈਕ ਏਕ ਦੀ ਵੀ ਅਸੀਂ ਗੱਲ ਕਰ ਰਹੇ ਹਾਂ, ਹੈਡੇਕ ਦੀ ਵੀ ਗੱਲ ਕਰਦੇ ਪਏ ਹਾਂ ਕਿ ਸਿਟਿੰਗ ਬਹੁਤ ਜ਼ਿਆਦਾ ਹੈਗੀ ਹੈ ਜਾਂ ਜਿਹੜੀ ਬੈਠ ਕੇ ਕਰਨ ਵਾਲੀਆਂ ਜੌਬਸ ਹੈਗੀਆਂ ਜਾਂ ਜਿਹੜੀਆਂ ਸਕਰੀਨਸ ਦੇ ਉੱਪਰ ਸਾਰਾ ਦਿਨ ਲੋਕੀ ਇਨਵੋਲਵ ਰਹਿੰਦੇ ਨੇ, ਝੁੱਕ ਕੇ ਫੋਨ ਨੂੰ ਦੇਖਣਾ, ਸਕਰੀਨ ਨੂੰ ਦੇਖਣਾ, ਸ਼ੋਲਡਰ ਦੀ ਪੇਨ ਐਂਡ ਆਲ ਦੈਟ, ਕੋਈ ਵੀ ਕਾਰਨ ਹੋਵੇ। ਪਰ ਇਸ ਦੇ ਡਾਇਗਨੋਸਿਸ ਕੀ ਹੈ, ਵੱਖਰੇ ਵੱਖਰੇ ਸਿਰਦਰਦ ਦੀ ਪੇਨਸ ਦੇ, ਔਰ ਇਸ ਦੇ ਟ੍ਰੀਟਮੈਂਟਸ ਕੀ ਹਨ? ਦੇਖੋ, ਤੁਸੀਂ ਇੱਕ ਬਹੁਤ ਹੀ ਇੰਪੋਰਟੈਂਟ ਟੌਪਿਕ ਹੈਡੇਕ ਜੀ, ਹੈਡੇਕ ਆਪਣੇ ਆਪ ਦੇ ਇੱਕ ਬਹੁਤ ਬੜਾ ਟੌਪਿਕ ਹੈ, ਇੱਕ ਬਹੁਤ ਬੜਾ ਸਬਜੈਕਟ ਹੈ। ਮੈਂ ਇੱਕ ਜਨਰਲ ਹੈਡੇਕ ਬਾਰੇ ਗੱਲ ਕਰਨਾ ਚਾਹੂੰਗਾ। ਪਹਿਲੀ ਗੱਲ ਤਾਂ ਇਹ ਹੈ ਕਿ ਹੈਡੇਕ ਨੂੰ ਕਦੇ ਵੀ ਹਲਕੇ ਵਿੱਚ ਨਹੀਂ ਲੈਣਾ ਚਾਹੀਦਾ। ਅਗਰ ਤੋਂ ਇੱਕ ਰੂਟੀਨ 'ਚ ਹੈਡੇਕ ਹੁੰਦੀ ਹੈ, ਇਹ ਮਸਟ ਹੈ ਕਿ ਕਿਸੇ ਨਾ ਕਿਸੇ ਡਾਕਟਰ ਨੂੰ ਜ਼ਰੂਰ ਕੰਸਲਟ ਕਰੋ। ਜੀ, ਐਜ਼ ਏ ਨਿਊਰੋ ਸਰਜਨ ਮੈਂ ਇੱਕ ਸਲਾਹ ਦੇਣੀ ਚਾਹੂੰਗਾ ਕਿ ਅਗਰ ਤੋਂ ਇਹ ਸਿੰਪਲ ਹੈਡੇਕ ਹੈ,
ਸਿੰਪਲ ਹੈਡਕ ਮੇਰੇ ਕਹਿਣ ਦਾ ਮਕਸਦ ਇਹ ਹੈ, ਬਲੱਡ ਪ੍ਰੈਸ਼ਰ ਰਿਲੇਟਡ ਹੈ, ਸਟ੍ਰੈਸ ਰਿਲੇਟਡ ਹੈ, ਜਾਂ ਜਿਹਨੂੰ ਆਪਾਂ ਮਾਈਗ੍ਰੇਨ ਕਹਿ ਦਿੰਦੇ ਹਾਂ। ਜੀ ਫੀਮੇਲਸ ਦੇ ਵਿੱਚ ਮਾਈਗ੍ਰੇਨ ਬਹੁਤ ਜ਼ਿਆਦਾ ਕਾਮਨ ਹੋ ਜਾਂਦੀ ਹੈ, ਔਰ ਮਾਈਗ੍ਰੇਨ ਦੇ ਕਈ ਕਾਰਨ ਹੋ ਜਾਂਦੇ ਨੇ, ਜਿਸ ਤਰ੍ਹਾਂ ਫਾਰ ਐਗਜ਼ਾਮਪਲ ਕਈ ਬੰਦਿਆਂ ਨੂੰ ਧੁੱਪ ਤੋਂ ਹੋ ਜਾਂਦਾ ਹੈ, ਕੌਫੀ ਤੋਂ ਹੋ ਜਾਂਦਾ ਹੈ, ਚਾਕਲੇਟ ਤੋਂ ਹੋ ਜਾਂਦਾ ਹੈ। ਸੋ ਉਸ ਨੂੰ ਅਸੀਂ ਇਹੀ ਕਹਿੰਦੇ ਹਾਂ ਕਿ ਟਰਾਈ ਟੂ ਫਾਈਂਡ ਆਊਟ ਕਿ ਤੁਹਾਨੂੰ ਕਿਸ ਕਾਰਨ ਦੇ ਕਰਕੇ ਮਾਈਗ੍ਰੇਨ ਹੋਇਆ। ਜੀ ਜਿਸ ਤਰ੍ਹਾਂ ਮਾਈਗ੍ਰੇਨ ਦੇ ਵਿੱਚ ਸਡਨ ਹੈਡੇਕ ਸਟਾਰਟ ਹੁੰਦੀ ਹੈ, ਕਈ ਬੰਦੇ ਨੂੰ 2 ਘੰਟੇ ਵਾਸਤੇ, 3 ਘੰਟੇ ਵਾਸਤੇ, 1 ਦਿਨ ਵਾਸਤੇ, 2 ਦਿਨ ਵਾਸਤੇ, ਉਹਨਾਂ ਨੂੰ ਨਾਲ ਵੋਮਿਟਿੰਗ ਆਉਂਦੀ ਹੈ। ਜੋ ਵੋਮਿਟਿੰਗ ਹੋਣ ਦੀ ਉਹਨਾਂ ਨੂੰ ਐਸੀ ਇੱਛਾ ਹੁੰਦੀ ਹੈ, ਅੱਖ ਦੇ ਵਿੱਚ ਦਰਦ ਆ ਜਾਂਦੀ ਹੈ, ਜਾਂ ਅੱਖ ਤੋਂ ਜਿਹੜਾ ਪਿਛਲੇ ਵਾਲਾ ਏਰੀਆ, ਕੰਨ ਦੇ ਉੱਪਰਲਾ ਟੈਂਪੋਰਲ ਏਰੀਆ ਸੀ ਕੰਨੇ, ਉਸ 'ਚ ਦਰਦ ਹੁੰਦੀ ਹੈ। ਜਾਂ ਕਈ ਮਰੀਜ਼ ਆ ਕੇ ਇਹ ਦੱਸਦੇ ਨੇ ਕਿ ਸਾਨੂੰ ਅੱਖਾਂ ਦੇ ਅੱਗੇ ਕੁਝ ਤਾਰੇ ਜਿਹੇ ਨਜ਼ਰ ਆਉਂਦੇ ਨੇ। ਇਹ ਕੁਝ ਸਿੰਪਟਮ ਹੈ ਜਿਹੜੇ ਮੈਂ ਮਾਈਗ੍ਰੇਨ ਦੇ ਦੱਸੇ, ਜਿਹੜੇ ਕਿ ਮੈਡੀਸਨ ਦੇ ਨਾਲ ਠੀਕ ਹੋ ਜਾਂਦੇ। ਲੇਕਿਨ ਜਿਹੜੀ ਗੱਲ ਮੈਂ ਐਜ਼ ਏ ਨਿਊਰੋ ਸਰਜਨ ਕਰਨੀ ਚਾਹੂੰਗਾ ਕਿ ਕੁਝ ਐਸੀ ਹੈਡੇਕ ਜਿਹੜੀ ਕਿ ਬਿਲਕੁਲ ਇੱਕਦਮ ਸਟਾਰਟ ਹੋਈ ਹੋਵੇ, ਜਿਹੜੀ ਤੁਸੀਂ ਪਹਿਲਾਂ ਕਦੀ ਐਕਸਪੀਰੀਅੰਸ ਨਹੀਂ ਕੀਤੀ, ਜਾਂ ਤੁਸੀਂ 2 3 4 5 ਮੈਕਸਿਮਮ 6 ਮਹੀਨੇ ਤੱਕ ਅਗਰ ਤੁਸੀਂ ਆਪਣੀ ਹੈਡੇਕ ਦਾ ਟ੍ਰੀਟਮੈਂਟ ਕਰਵਾ ਰਹੇ ਹੋ ਔਰ ਉਹ ਹੈਡੇਕ ਠੀਕ ਨਹੀਂ ਹੋ ਰਹੀ, ਜਾਂ ਕਿਸੇ ਬੰਦੇ ਨੂੰ ਅਰਲੀ ਮਾਰਨਿੰਗ ਹੈਡੇਕ ਹੁੰਦੀ ਹੈ, ਯਾਨੀ ਕਿ ਮਰੀਜ਼ ਆ ਕੇ ਇਹ ਕਹਿੰਦਾ ਹੈ ਕਿ ਮੈਂ ਸੋ ਰਿਹਾ ਸੀ ਪਿਛਲੇ 2 4 5 7 ਦਿਨ 'ਚੋਂ, ਮੇਰੀ ਸਵੇਰੇ ਜਾਗ ਖੁੱਲ ਜਾਂਦੀ ਹੈ ਸਿਰ 'ਚ ਦਰਦ ਹੋਣ ਦੇ ਕਾਰਨ, ਜਾਂ ਉਹਨਾਂ ਦਾ ਹੈਡੇਕ ਦਾ ਕਰੈਕਟਰ ਚੇਂਜ ਹੋ ਜਾਂਦਾ ਹੈ ਕਿ ਪਹਿਲਾਂ ਬੜੀ ਹਲਕੀ ਹੈਡੇਕ ਹੋ ਰਹੀ ਸੀਗੀ ਔਰ ਸਡਨਲੀ ਮੇਰੇ ਸਿਰ 'ਚ ਬਹੁਤ ਤੇਜ਼ ਦਰਦ ਹੋਣੀ ਸ਼ੁਰੂ ਹੋਈ ਹੈ। ਇਸ ਤਰ੍ਹਾਂ ਦੇ ਬਹੁਤ ਸਾਰੇ ਸਿੰਪਟਮ ਹੈ। ਤਾਂ ਸਾਨੂੰ ਸਾਡੇ ਫੈਮਿਲੀ ਫਿਜ਼ੀਸ਼ੀਅਨ ਜਾਂ ਨਿਊਰੋਲੋਜਿਸਟ ਜਾਂ ਨਿਊਰੋ ਸਰਜਨ ਜਿਸ ਦੀ ਵੀ ਅਵੇਲੇਬਿਲਿਟੀ ਹੁੰਦੀ ਹੈ, ਸਾਨੂੰ ਮਿਲਣਾ ਚਾਹੀਦਾ ਹੈ। ਔਰ ਇਹ ਇੱਕ ਇੰਡੀਕੇਸ਼ਨ ਹੈ ਕਿ ਸਾਨੂੰ ਆਪਣੇ ਬ੍ਰੇਨ ਦਾ CT ਸਕੈਨ ਜਾਂ MRI ਕਰਾਉਣਾ ਚਾਹੀਦਾ ਹੈ, ਕਿਉਂਕਿ ਇਸ 'ਚ ਕੁਝ ਸਿੰਪਟਮ ਐਸੇ ਨੇ ਕਿ ਬੰਦੇ ਨੂੰ ਬ੍ਰੇਨ ਟਿਊਮਰ ਵੀ ਹੋ ਸਕਦਾ ਹੈ, ਜਾਂ ਜਿਹਨੂੰ ਸਡਨ ਸਵੀਅਰ ਹੈਡੇਕ ਹੁੰਦੀ ਹੈਗੀ ਹੈ, ਜਿਹੜੀ ਕਿ ਐਸੀ ਹੈਡੇਕ ਪਹਿਲਾਂ ਵੀ ਕਦੀ ਜ਼ਿੰਦਗੀ 'ਚ ਨਹੀਂ ਹੋਈ। ਸਾਡੇ ਬ੍ਰੇਨ ਦੇ ਅੰਦਰ ਕੋਈ ਨਸ ਫਟ ਸਕਦੀ ਹੈ, ਜਿੰਨਾ ਕਿ ਬ੍ਰੇਨ ਹੈਮਰੇਜ ਹੋ ਕੇ ਉਹ ਬਹੁਤ ਤੇਜ਼ ਦਰਦ ਦਿੰਦੀ ਹੈ। ਔਰ ਇਹ ਸਾਰੀਆਂ ਚੀਜ਼ਾਂ ਅੱਜ ਦੇ ਟਾਈਮ ਵਿੱਚ ਬਹੁਤ ਕੰਟਰੋਲੇਬਲ ਹੈ। ਈਵਨ ਹੈਡੇਕਸ ਜਿਹੜੀਆਂ ਹੈਗੀਆਂ, ਜਿਹੜੀ ਕਿ ਅਸੀਂ ਆਪਣੇ ਪੇਸ਼ੈਂਟ ਦੇ ਵਿੱਚ ਵੀ ਦੇਖਦੇ ਹਾਂ, ਮੋਰ ਦੈਨ 90% ਪੇਸ਼ੈਂਟ ਦੇ ਜਿਹੜੇ ਨੇ ਹੈਡੇਕ ਦੇ, ਦੇ ਆਰ ਵੈਲ ਕੰਟਰੋਲਡ, ਉਹਨਾਂ ਦੀ ਬੜੇ ਅੱਛੇ ਢੰਗ ਨਾਲ ਹੋ ਜਾਂਦਾ ਹੈ। ਹਾਂ, ਇੱਕ ਚੀਜ਼ ਮੈਂ ਹੋਰ ਦੱਸਣਾ ਚਾਹੂੰਗਾ ਕਿ ਅਗਰ ਐਸੀ ਹੈਡੇਕ ਹੋਵੇ ਕਿ ਬਹੁਤ ਤੇਜ਼ ਹੈਡੇਕ ਹੋਈ, ਉਸ ਦੇ ਨਾਲ ਕਨਫਿਊਜ਼ਨ ਹੋਣ ਲੱਗ ਪੈਂਦੀ ਹੈ, ਜਾਂ ਕਈ ਵਾਰੀ ਉਸ ਹੈਡੇਕ ਤੋਂ ਬਾਅਦ ਬੰਦੇ ਦਾ ਕੋਈ ਸਾਈਡ ਕਮਜ਼ੋਰ ਹੋਣ ਲੱਗ ਪੈਂਦੀ, ਪਾਸਾ ਕਮਜ਼ੋਰ ਹੋਣ ਲੱਗ ਪੈਂਦਾ ਹੈਗਾ, ਸੋ ਸਾਨੂੰ ਜ਼ਰੂਰ ਆਪਣੇ ਸਪੈਸ਼ਲਿਸਟ ਨੂੰ ਮਿਲਣਾ ਚਾਹੀਦਾ ਹੈ। ਹੈਡੇਕ ਨੂੰ ਕਦੀ ਵੀ ਲਾਈਟਲੀ ਨਹੀਂ ਲੈਣਾ ਜੀ। ਇਹ ਸਾਡੀ ਜੀ ਗੱਲਬਾਤ ਡਾਕਟਰ ਸ਼੍ਰੀ ਚੌਧਰੀ ਹੋਰਾਂ ਦੇ ਨਾਲ, ਔਰ ਕਾਫੀ ਵਾਸਟ ਸਬਜੈਕਟ ਹੈ ਨਿਊਰੋ ਸਰਜਰੀ ਦਾ, ਲੇਕਿਨ ਜਿੰਨਾ ਇਹ ਵਾਸਟ ਹੈ ਉਨਾ ਇਹ ਬਰੀਕ ਵੀ ਹੈ, ਬਹੁਤ ਹੀ ਮਹੀਨ ਹੈ। ਤੋਂ ਪਹਿਲਾਂ ਤਾਂ ਡਾਕਟਰ ਸਾਹਿਬ ਤੁਹਾਨੂੰ ਇਸ ਕਰਕੇ ਅਸੀਂ ਮੁਬਾਰਕਬਾਦ ਦਿੰਦੇ ਹਾਂ ਕਿ ਤੁਸੀਂ ਇੰਨਾ ਵੱਡਾ ਨਾਮ ਬਣਾਇਆ ਵਿਸ਼ਵ ਭਰ ਦੇ ਵਿੱਚ, ਔਰ ਜਿੱਥੇ ਵੀ ਮੈਂ ਤੁਹਾਡੀ ਗੱਲ ਕੀਤੀ ਹੈ ਹਰ ਇੱਕ ਨੇ ਤੁਹਾਡੇ ਬਾਰੇ ਬੜੇ ਅੱਛੇ ਸ਼ਬਦਾਂ 'ਚ ਦੱਸਿਆ ਕਿ ਤੁਸੀਂ TMC ਦਾ ਨਾਮ ਬੜਾ ਵੱਡਾ ਹੈ, ਉੱਥੇ ਤੁਹਾਡਾ ਡਾਕਟਰ ਵਾਂਡਰ, ਡਾਕਟਰ ਸੰਦੀਪ ਪੁਰੀ, ਤੁਸੀਂ ਲੋਕਾਂ ਨੇ ਵੀ ਆਪੋ ਆਪਣੇ ਖੇਤਰ 'ਚ ਬੜਾ ਵੱਡਾ ਨਾਮ ਬਣਾਇਆ ਹੈ। ਔਰ ਸਾਨੂੰ ਮਾਣ ਹੈ ਕਿ ਤੁਸੀਂ ਸਾਡੇ ਕੋਲ ਇੱਥੇ ਸਟੂਡੀਓ ਵਿੱਚ ਆਏ ਅੱਜ, ਔਰ ਇਹ ਤੁਸੀਂ ਬੜਾ ਵੱਡਾ ਇੱਕ ਨੋਬਲ ਕਾਜ਼ ਹੈ ਜਿਹੜਾ ਲੋਕਾਂ ਦੀ ਸਰਵਿਸ ਕਰ ਰਹੇ ਹੋ, ਲੋਕਾਂ ਨੂੰ ਕਿੰਨੀਆਂ ਜਾਨਾਂ ਬਚਾ ਰਹੇ ਹੋ। ਔਰ ਨਿਊਰੋ ਸਰਜਰੀ ਦੀ ਮੈਂ ਗੱਲ ਕਰਦਾ ਮੈਂ ਅਕਸਰ ਸੋਚਦਾ ਕਿ ਆਰਥੋਪੈਡਿਕਸ, ਹੋਰ ਬੜੇ ਸਬਜੈਕਟ, ਮੈਡੀਕਲ ਸਾਇੰਸ ਸਾਰੀ ਬੜੀ ਐਡਵਾਂਸਮੈਂਟ ਹੈ, ਪਰ ਜਿਹੜੀ ਤੁਹਾਡੀ ਖੇਤਰ 'ਚ ਐਡਵਾਂਸਮੈਂਟ ਹੋ ਰਹੀ ਹੈ ਉਹ ਮੇਰੇ ਖਿਆਲ ਆ ਉਹ ਵਾਕਈ ਸ਼ਲਾਘਾਯੋਗ ਹੈ, ਔਰ ਉਹਦੀ ਬਹੁਤ ਲੋੜ ਵੀ ਹੈ। ਹਜੇ ਮੇਰੇ ਖਿਆਲ ਕਾਫੀ ਸਾਰਾ ਸਫ਼ਰ ਤੁਸੀਂ ਤੈਅ ਕਰਨਾ ਬਾਕੀ ਹੈ। ਸਰ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ। ਦੇਖੋ, ਅੱਜ ਤੋਂ 25-30 ਸਾਲ ਪਹਿਲਾਂ ਨਿਊਰੋ ਸਰਜਰੀ ਜਿਹੜੀ ਇੱਕ ਬਿਲਕੁਲ ਟੋਟਲੀ ਡਿਫਰੈਂਟ ਬ੍ਰਾਂਚ ਸੀਗੀ ਜੀ। ਤੋਂ 80s ਦੇ ਵਿੱਚ 70 CT ਸਕੈਨ ਆਇਆ, ਔਰ ਇੰਡੀਆ ਦੇ ਵਿੱਚ ਫਿਰ 90s ਦੇ ਵਿੱਚ ਔਰ ਲੇਟ 80s ਦੇ ਵਿੱਚ MRI ਆ ਗਈ ਜੀ। ਜਦੋਂ ਦਾ CT ਸਕੈਨ ਤੇ MRI ਆ ਗਿਆ, ਉਸ ਤੋਂ ਬਾਅਦ ਤੋਂ ਨਿਊਰੋ ਸਰਜੀਕਲ ਫੀਲਡ ਦਾ ਨਕਸ਼ਾ ਹੀ ਬਦਲ ਗਿਆ। ਬਿਲਕੁਲ। ਬਲਕਿ ਇਸ 'ਚ ਹੋਰ ਬਹੁਤ ਇਨਵੈਸਟੀਗੇਸ਼ਨਸ ਹੈ ਜੀ। ਈਵਨ MRI ਦੇ ਵਿੱਚ ਦੈਨ ਦੇयर ਫਰਦਰ ਸਬ ਡਿਵੀਜ਼ਨਸ ਕਿ ਕਿਸ ਤਰੀਕੇ ਦਾ ਟਿਊਮਰ ਹੈ, ਟਿਊਮਰ ਕਿੱਥੇ ਪ੍ਰੈਸ਼ਰ ਪਾ ਰਿਹਾ ਹੈ, ਔਰ ਬ੍ਰੇਨ ਦੀ ਇੰਪੋਰਟੈਂਟ ਸਟਰਕਚਰ, ਟਰੈਕਸ, ਫਾਈਬਰਸ ਕਿਤਨੇ ਕਿੱਥੋਂ ਕੀ ਜਾ ਰਹੇ ਨੇ। ਮਤਲਬ ਕਿ ਆਪਰੇਸ਼ਨ ਕਰਨ ਤੋਂ ਪਹਿਲਾਂ ਹੀ MRI ਜਾਂ ਸਿਸਟਮ ਜਿਹੜਾ ਤੁਹਾਨੂੰ ਹੈਗਾ, ਨਿਊਰੋ ਨੈਵੀਗੇਸ਼ਨ ਅਵੇਲੇਬਲ ਹੈ, ਟੌਪ ਆਫ ਦਾ ਲਾਈਨ ਮਾਈਕਰੋਸਕੋਪਸ ਅਵੇਲੇਬਲ ਹੈਗੇ ਨੇ ਜੀ। ਕਿ ਜਿਹਦੇ ਵਿੱਚ ਸਾਨੂੰ
ਬਲਕਿ ਸਬ ਮਿਲੀਮੀਟਰ ਏਰੀਆ, 1 ਮਿਲੀਮੀਟਰ ਏਰੀਆ ਵੀ ਬ੍ਰੇਨ ਦਾ ਜਿਹੜਾ ਕਿ ਅਸੀਂ ਮਾਈਕਰੋਸਕੋਪ ਦੇ ਅੰਡਰ ਮੈਗਨੀਫਾਈ ਹੋ ਕੇ ਬਹੁਤ ਬੜੇ ਤਰੀਕੇ ਨਾਲ ਦੇਖ ਸਕਦੇ ਹਾਂ ਕਿ ਜਦੋਂ ਅਸੀਂ ਆਪਰੇਟ ਕਰਦੇ ਹਾਂ ਕਿ ਅਸੀਂ ਨਾਰਮਲ ਟਿਸ਼ੂ ਨੂੰ ਟੱਚ ਤੱਕ ਨਾ ਕਰੀਏ, ਸਿਰਫ ਟਿਊਮਰ ਨੂੰ ਹੀ ਕੱਢ ਕੇ ਅਸੀਂ ਬਾਹਰ ਆ ਜਾਈਏ, ਕਿਉਂਕਿ ਈਵਨ ਅ ਸਿੰਗਲ ਮਿਲੀਮੀਟਰ ਆਫ ਬ੍ਰੇਨ ਇਟ ਇਜ਼ ਵੈਰੀ ਇੰਪੋਰਟੈਂਟ। ਔਰ ਮੈਨੂੰ ਇਹ ਪ੍ਰਾਊਡਲੀ ਦੱਸਣਾ ਮੈਂ ਖੁਸ਼ੀ ਮਹਿਸੂਸ ਕਰਦਾ ਹਾਂ ਕਿ ਇਹ ਸਾਰੀ ਫੈਸਿਲਿਟੀਜ਼ ਜਿਹੜੀਆਂ ਹੈਗੀਆਂ ਇਹ ਸਾਡੇ DMC 'ਚ ਅਵੇਲੇਬਲ ਹੈ ਔਰ individual is never above the institution. It is all because when we get training under best of the institutions that we क्या बात, थैंक यू सर, थैंक यू सो मच। सो ਤੁਸੀਂ ਅਗਰ ਇੱਥੇ MRI ਦੀ ਤੁਹਾਨੂੰ ਨਹੀਂ ਮਿਲ ਰਹੀ, ਡੇਟ ਨਹੀਂ ਮਿਲ ਰਹੀ, ਕੋਈ ਵੀ ਤੁਹਾਨੂੰ ਜ਼ਰੂਰਤ ਹੋਵੇ ਤੇ ਇਹ ਤੁਹਾਡਾ ਵੈਲਕਮ ਕਰਨਗੇ। ਉੱਥੇ ਗਿਆ ਨੂੰ ਤੁਹਾਨੂੰ ਅਪਾਇੰਟਮੈਂਟ ਮਿਲਣੀ ਮੁਸ਼ਕਲ ਹੋਏਗੀ, ਪਰ ਇੱਥੋਂ ਬੁੱਕ ਕਰਾ ਕੇ ਜਾਓ, ਤੁਹਾਡਾ ਫਟਾਫਟ ਉੱਥੇ ਟੈਸਟ ਵਗੈਰਾ ਹੋ ਜਾਣਗੇ, ਗਿਆ ਹੋਇਆ ਆਪਣਾ ਇਲਾਜ ਕਰਵਾ ਕੇ ਆਓ। ਜਿਸ ਤਰ੍ਹਾਂ ਨੇ ਦੱਸਿਆ, ਕਮਾਲ ਦੀ ਗੱਲ ਦੱਸੀ ਹੈ ਕਿ ਸਵੇਰੇ ਅਗਰ ਆਪਰੇਸ਼ਨ ਹੁੰਦਾ ਤਾਂ ਸ਼ਾਮ ਤੱਕ ਤੁਸੀਂ ਤੁਰ ਫਿਰ ਸਕਦੇ ਹੋ, ਘਬਰਾਉਣ ਦੀ ਲੋੜ ਨਹੀਂ। ਤਾਂ ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ।